ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤਾਤ ਦੇ ਵਿੱਚ ਅਸੀਂ ਜਿਹੜੀਆਂ ਵਿਚਾਰਾਂ ਸਾਂਝੀਆਂ ਕਰਦੇ ਹਾਂ ਉਹ ਦਿੱਲੀ ਦੀ ਹਕੂਮਤ ਅਤੇ ਦਿੱਲੀ ਦੀਆਂ ਆਕਿਆਂ ਨੂੰ ਸੰਬੋਧਨ ਕਰਕੇ ਕਰਦੇ ਹਾਂ। ਪਰ ਅੱਜ ਕੁਝ ਵਿਚਾਰਾਂ ਕਰਨ ਨੂੰ ਜੀ ਕਰਿਆ ਕਿ ਸਾਡੇ ਕਿਸਾਨ ਆਗੂ ਐਕਟਿਵਿਸਟ ਜਿਹੜੇ ਇੱਥੇ ਮੁੰਡੇ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ ਅਤੇ ਬਹੁਤ ਸਾਡੀ ਸੰਗਤ ਜਿਹੜੀ ਮਿਲੀਅਨ ਦੇ ਕਰੀਬ ਇਸ ਵਕਤ ਦਿੱਲੀ ਦੀਆਂ ਗਲੀਆਂ ਦੇ ਵਿੱਚ ਬੈਠੀ ਹੈ, ਸੜਕਾਂ ਦੇ ਉੱਤੇ ਬੈਠੀ ਹੈ। ਕੁਝ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਨਹੀਂ, ਹੁਕਮ ਨਹੀਂ, ਬਸ ਕੁਝ ਵਿਚਾਰ। ਕੋਈ ਉਹਨਾਂ ਦੇ ਵਿੱਚ ਗੱਲ ਵਜ਼ਨਦਾਰ ਲੱਗੇ ਤਾਂ ਉਹ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ, ਅਦਰਵਾਈਜ਼ ਕੋਈ ਜ਼ਰੂਰਤ ਵੀ ਨਹੀਂ ਹੈ। ਦੇਖੋ, ਦੋ ਗੱਲਾਂ ਨੇ ਇਸ ਵਕਤ ਦਿੱਲੀ ਅਤੇ ਪੰਜਾਬ, ਇਹਦੇ ਵਿਚਕਾਰ ਇੱਕ ਜੰਗ ਛਿੜੀ ਹੋਈ ਹੈ। ਅੱਜ ਦੇ ਯੁੱਗ ਦੇ ਵਿੱਚ ਜਿਹੜੀਆਂ ਜੰਗਾਂ ਨੇ ਇਹ ਕੋਈ ਜ਼ਰੂਰੀ ਨਹੀਂ ਕਿ ਹਥਿਆਰਾਂ ਨਾਲ ਲੜੀਆਂ ਜਾਣ। ਮੈਜੋਰਟੀ ਜਿਹੜੀਆਂ ਜੰਗਾਂ ਨੇ ਉਹਨਾਂ ਨੂੰ ਕੋਲਡ ਵਾਰ ਭਾਵ ਸ਼ੀਤ ਜੰਗ ਦੇ ਅਧੀਨ ਲੜਿਆ ਜਾਂਦਾ ਹੈ ਅਤੇ ਉਹਦੇ ਵਿੱਚ ਪਾਲਿਸੀਜ਼, ਨੀਤੀਆਂ ਜਿਹੜੀਆਂ ਹਨ ਉਹ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਅਤੇ ਅਸੀਂ ਵੀ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਿੱਲੀ ਦੀ ਹਕੂਮਤ ਲਗਾਤਾਰ ਗੱਲਾਂ ਦਾ ਦੌਰ ਚਲਾ ਰਹੀ ਹੈ ਅਤੇ ਗੱਲਾਂ ਦੇ ਦੌਰ ਦੇ ਦੌਰਾਨ ਉਹ ਕਿਤੋਂ ਨਾ ਕਿਤੋਂ ਸੁਰਾਖ ਲੱਭ ਰਹੀ ਹੈ ਕਿ ਸਾਨੂੰ ਕੋਈ ਸੁਰਾਖ ਮਿਲ ਜਾਵੇ। ਕਿਉਂਕਿ ਹੁਣ ਵੱਡੀ ਲੱਕੜ ਪਾੜਨੀ ਹੋਏ ਨਾ, ਤੁਹਾਡੇ ਕੋਲ ਹਥੌੜਾ ਹੋਏਗਾ, ਤੁਹਾਡੇ ਕੋਲ ਸੈਣੀ ਹੋਏਗੀ, ਪਰ ਤੁਹਾਨੂੰ ਇੱਕ ਛੋਟੀ ਜਿਹੀ ਤਰੇੜ ਚਾਹੀਦੀ ਹੈ ਜਿਹਦੇ ਵਿੱਚ ਸੈਣੀ ਪਾ ਕੇ ਤੁਸੀਂ ਸੱਟ ਮਾਰ ਲਵੋ। ਜੇ ਤਰੇੜ ਨਹੀਂ ਹੋਏਗੀ ਤਾਂ ਉਹ ਲੱਕੜ ਪਾੜਨੀ ਮੁਸ਼ਕਿਲ ਹੋ ਜਾਂਦੀ ਹੈ। ਬਸ ਉਹ ਤਰੇੜ ਲੱਭ ਰਹੇ ਨੇ ਦਿੱਲੀ ਵਾਲੇ। ਸੋ ਇਸ ਕਰਕੇ ਸਮਝਣ ਦੀ ਲੋੜ ਹੈ ਕਿ ਜਦੋਂ ਜੰਗਾਂ ਲੜੀਆਂ ਜਾਂਦੀਆਂ ਨੇ ਤਾਂ ਉਦੋਂ ਕਿੰਨਾਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ। ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹ ਇੱਕ ਐਟੀਟਿਊਡ ਹੁੰਦਾ ਜੋ ਡਿਵੈਲਪ ਕਰਨਾ ਹੁੰਦਾ, ਜਿਸ ਨੂੰ ਕੁਝ ਲੋਕ ਨੈਰੇਟਿਵ ਕਹਿ ਦਿੰਦੇ ਨੇ, ਬਿਰਤਾਂਤ ਕਹਿ ਦਿੰਦੇ ਨੇ। ਚਲੋ ਆਪਾਂ ਸਿੱਧੀ ਜੀ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਹੈਂਡਲ ਕਰਦੇ ਹੋ ਉਹਨਾਂ ਦੇ ਸਾਹਮਣੇ। ਫੋਰ ਐਗਜ਼ਾਮਪਲ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਜਦੋਂ ਜਹਾਂਗੀਰ ਦੇ ਨਾਲ ਇਹ ਗੱਲ ਹੋ ਰਹੀ ਸੀ ਤਾਂ ਜਹਾਂਗੀਰ ਨੇ ਆਪਣੇ ਰਾਜ ਦੇ ਵਿੱਚ ਕਹਿ ਦਿੱਤਾ ਕਿ ਕੋਈ ਉਹ ਤੋਂ ਬਿਨਾਂ ਦਸਤਾਰ ਨਹੀਂ ਪਹਿਨ ਸਕਦਾ, ਅਤੇ ਗੁਰੂ ਪਾਤਸ਼ਾਹ ਨੇ ਦਸਤਾਰ ਪਹਿਨੀ ਹੈ ਨਹੀਂ। ਉਸ ਤੋਂ ਬਾਅਦ ਉਹਨੇ ਕਹਿ ਦਿੱਤਾ ਕਿ ਬਾਦਸ਼ਾਹ ਤੋਂ ਬਿਨਾਂ ਕੋਈ ਹਥਿਆਰ ਹੀ ਨਹੀਂ ਰੱਖ ਸਕਦਾ, ਅਤੇ ਗੁਰੂ ਸਾਹਿਬ ਨੇ 2 ਤਲਵਾਰਾਂ ਪਹਿਨ ਲਈਆਂ। ਮਕਸਦ ਗੁਰੂ ਸਾਹਿਬ ਦਾ ਇਹੀ ਉਸ ਨੂੰ ਦੱਸਣਾ ਸੀ ਕਿ ਅਸੀਂ, ਤੂੰ ਹੁਕਮਰਾਨ ਹੈ ਪਰ ਅਸੀਂ ਤੇਰੀ ਟੈ ਨਹੀਂ ਮੰਨਦੇ। ਮਕਸਦ ਤਾਂ ਇੰਨਾ ਹੀ ਸੀ ਨਾ। ਇਤਿਹਾਸ ਦੇ ਵਿੱਚ ਇਹ ਗੱਲਾਂ ਦਰਜ ਨੇ। ਸੋ ਅੱਜ ਵੀ ਸਾਨੂੰ ਇਹਨਾਂ ਗੱਲਾਂ ਤੋਂ ਇੰਸਪਾਇਰ ਹੋ ਕੇ, ਕਿਉਂਕਿ ਜੋ ਇਤਿਹਾਸ ਹੋਇਆ ਕਰਦਾ ਹੈ, ਜੋ ਸਾਡੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੇ, ਊਰਜਾ ਅਸੀਂ ਉਹ ਤੋਂ ਲੈਣੀ ਹੈ। ਦੈਟਸ ਵੇਅਰ ਵੀ ਡਰਾ ਆਰ ਐਨਰਜੀ। ਅਤੇ ਉਸ ਤੋਂ ਬਾਅਦ ਹੀ ਫਿਰ ਜਿਹੜੀਆਂ ਪਾਲਿਸੀਜ਼ ਉਲੀਕੀਆਂ ਜਾਂਦੀਆਂ ਨੇ। ਇਹ ਤਾਂ ਸਪਸ਼ਟ ਹੈ ਨਾ, ਜੰਗਾਂ ਕਿਤੇ ਦੁਸ਼ਮਣ ਦੀਆਂ ਮਿਥੀਆਂ ਹੋਈਆਂ ਸ਼ਰਤਾਂ ਅਨੁਸਾਰ ਨਹੀਂ ਜੰਗਾਂ ਲੜੀਆਂ ਜਾਂਦੀਆਂ। ਜੰਗ ਤਾਂ ਇਹ ਲੜੀ ਜਾਂਦੀ ਹੈ, ਅਗਰ ਦੁਸ਼ਮਣ ਰਾਤ ਕਹਿੰਦਾ ਹੈ ਤਾਂ ਤੁਸੀਂ ਦਿਨ ਕਹੋਗੇ, ਅਗਰ ਦੁਸ਼ਮਣ ਸੱਚ ਕਹਿੰਦਾ ਹੈ ਤਾਂ ਤੁਸੀਂ ਉਹਨੂੰ ਝੂਠ ਕਹੋਗੇ, ਅਗਰ ਦੁਸ਼ਮਣ ਤੁਹਾਨੂੰ ਕਾਤਲ ਕਹਿੰਦਾ ਹੈ ਤੁਸੀਂ ਉਸ ਨੂੰ ਕਾਤਲ ਕਹੋਗੇ। ਕਿਉਂਕਿ ਦੁਸ਼ਮਣ ਦੇ ਨਾਲ ਡਿਸਐਗਰੀਮੈਂਟ, ਉਹਦੇ ਨਾਲ ਅਸਹਿਮਤੀ ਪ੍ਰਗਟਾਉਣੀ, ਇਹ ਉਹਨੂੰ ਅਹਿਸਾਸ ਕਰਵਾਏਗਾ ਕਿ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ। ਮਕਸਦ ਇਹ ਨਹੀਂ ਹੈ। ਆਫਟਰ ਆਲ ਹਰ ਇੱਕ ਗੱਲ ਦੀਆਂ ਕੋਈ ਸੀਮਾਵਾਂ ਵੀ ਹੁੰਦੀਆਂ ਨੇ। ਮੈਂ ਇਸ ਤਰ੍ਹਾਂ ਵੀ ਨਹੀਂ ਕਹਿੰਦਾ ਕਿ ਅੱਖਾਂ ਮੀਚ ਕੇ ਹੀ ਇਸ ਤਰ੍ਹਾਂ ਡਿਸਐਗਰੀਮੈਂਟਸ ਕੀਤੀਆਂ ਜਾਣ। ਸੋ ਇਹ ਗੱਲ ਸਮਝਣ ਦੀ ਲੋੜ ਹੈ। ਬਹੁਤ ਸਾਰੇ ਪ੍ਰੋਪੇਗੈਂਡਾ ਮਸ਼ੀਨਰੀ ਦੇ ਪੁਰਜੇ ਜਿਹੜੇ ਹਨ ਇਸ ਵਕਤ ਉਹ ਦਿੱਲੀ ਦੀ ਇਸ਼ਾਰਿਆਂ ਦੇ ਉੱਤੇ ਚੱਲ ਰਹੇ ਹਨ, ਕਿਉਂਕਿ ਉਹ ਇਸ ਲੱਕੜ ਦੇ ਵਿੱਚ ਛੋਟਾ ਜਿਹਾ ਕੋਈ ਸੁਰਾਖ ਪਾਲ ਰਹੇ ਨੇ ਜਿੱਥੇ ਉਹ ਸੈਣੀ ਫਸਾ ਦੇਣ ਅਤੇ ਉੱਤੋਂ ਸੱਟ ਮਾਰ ਦੇਣ। ਨਹੀਂ ਲੱਭ ਰਹੀ ਉਹਨਾਂ ਨੂੰ। ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ, ਕਦੇ ਇਸ ਨੂੰ ਵਿਦੇਸ਼ੀ ਅੰਦੋਲਨ ਕਹਿਤਾ, ਕਦੇ ਇਸ ਨੂੰ ਸਾਡੇ ਖਾਲਿਸਤਾਨੀਆਂ ਦੇ ਨਾਲ ਜੋੜਤਾ, ਕਦੇ ਇਸ ਨੂੰ ਕਿਸੇ ਗੱਲ ਨਾਲ ਜੋੜਤਾ, ਕਦੇ ਕਿਸੇ ਨਾਲ ਜੋੜਤਾ, ਕਦੇ ਪਾਕਿਸਤਾਨ ਨਾਲ ਜੋੜਤਾ। ਇਹ ਸਾਰਾ ਕੁਛ ਜਿਹੜਾ ਹੈ, ਦੇ ਆਰ ਟਰਾਈਂਗ ਦੇਅਰ ਬੈਸਟ। ਉਹ ਹਰ ਇੱਕ ਚੀਜ਼ ਕੋਸ਼ਿਸ਼ ਕਰ ਰਹੇ ਨੇ ਕਿਤੇ ਨਾ ਕਿਤੇ ਕਰਕੇ। ਜਿਸ ਤਰ੍ਹਾਂ ਤੁਸੀਂ ਆਪ ਉੱਥੇ ਦੇ ਲੋਕਾਂ ਨੂੰ ਫੜਦੇ ਹੋ ਇੱਥੇ ਆ ਕੇ, ਜਿਹੜੇ ਉਹ ਸ਼ਰਾਰਤ ਕਰਨ ਆਉਂਦੇ ਨੇ, ਉਹ ਵੀ ਇਹਦਾ ਹਿੱਸਾ ਹੈ, ਕਿਉਂਕਿ ਉਹ ਕੁਛ ਨਾ ਕੁਛ ਲੱਭ ਰਹੇ ਨੇ, ਮਿਲ ਨਹੀਂ ਰਿਹਾ। ਕਿਉਂਕਿ ਇੱਕ ਡਿਸਿਪਲਿਨ ਹੈ ਤੁਹਾਡੇ ਵਿੱਚ, ਅਤੇ ਇਹ ਡਿਸਿਪਲਿਨ ਜਿਹੜਾ ਹੈ ਤੁਹਾਨੂੰ ਅੱਗੇ ਲੈ ਕੇ ਜਾਏਗਾ। ਕਹਿੰਦੇ ਹਨ ਕਿ ਅਹਿਮਦ ਸ਼ਾਹ ਅਬਦਾਲੀ ਦੇ ਦਰਬਾਰ ਦੇ ਵਿੱਚ ਕਾਜ਼ੀ ਨੂਰ ਨੇ ਕਿਹਾ ਸੀ ਕਿ ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਕਹੋ। ਸਿੱਖਾਂ ਦੇ ਬਾਰੇ ਉਹ ਦੱਸ ਰਿਹਾ ਸੀ, ਸਿੱਖਾਂ ਦੀ ਸਿੰਘਾਂ ਦੀ ਕੁਆਲਿਟੀ ਦੇ ਬਾਰੇ ਦੱਸ ਰਿਹਾ ਸੀ,
ਤੇ ਕੁੱਤੇ ਕਹਿ ਕੇ ਸੰਬੋਧਨ ਕਰ ਰਿਹਾ ਸੀ। ਕਹਿੰਦਾ ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਕਹੋ, ਇਹ ਮੈਦਾਨ ਦੇ ਜੰਗ ਦੇ ਵਿੱਚ ਸ਼ੇਰਾਂ ਦੇ ਵਾਂਗ ਦਹਾੜਦੇ ਨੇ। ਅੱਜ ਗੱਲ ਉੱਥੇ ਹੀ ਖੜੀ ਹੈ ਕਿ ਸਗਾਰਾ ਮਗੋ ਸਾ ਕੇ ਹਸਤੰਦ, ਸਗ ਕੁੱਤੇ ਨੂੰ ਕਹਿੰਦੇ ਨੇ, ਸਗਾਰਾ ਮਗੋ ਸਾ ਕੇ ਹਸਤੰਦ, ਸ਼ੇਰ ਮਸਤੈਦਾ ਚੋ ਸ਼ੇਰਾਂ ਦਲੇਰ, ਸ਼ੇਰ ਮਸਤੈਦਾ ਮਰਦਾਂ ਚੋਂ ਸ਼ੇਰਾਂ ਦਲੇਰ। ਕਿ ਇਹਨਾਂ ਨੂੰ ਕੁੱਤੇ ਨਾ ਕਹੋ, ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਕਹੋ। ਸੋ ਤੁਹਾਡੀ ਜਦੋਂ ਸਿਫਤ ਕਰਨੀ ਹੈ ਫਿਰ ਵੀ ਤੁਹਾਨੂੰ ਕੁੱਤੇ ਕਹਿ ਕੇ ਕੀਤੀ ਜਾਂਦੀ ਹੈ। ਇਹ ਮੁਗਲਾਂ ਦਾ ਬਿਰਤਾਂਤ ਰਿਹਾ ਹੈ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਹੈ ਨਾ, ਉਹ ਤੁਹਾਡੇ ਇਤਿਹਾਸ ਕਰਕੇ ਆ। ਤੁਹਾਡੀ ਕ੍ਰੈਡੀਬਿਲਟੀ ਹੈ ਜਿਹੜੀ ਤੁਹਾਡੇ ਅਤੀਤ ਕਰਕੇ ਆ। ਉਹ ਅਤੀਤ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਬਘੇਲ ਸਿੰਘ ਤੇ ਉਸ ਤੋਂ ਬਾਅਦ ਸਾਡੇ ਅਨੇਕਾਂ ਉਹ ਨੌਜਵਾਨ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ, ਉਹਨਾਂ ਦੇ ਕਰਕੇ ਆ। ਸੈਲਫਲੈਸ ਸੈਕਰੀਫਾਈਸ, ਜਿਹੜੇ ਖੁਦ ਲਈ ਨਹੀਂ ਦੂਸਰਿਆਂ ਦੇ ਲਈ ਕੁਰਬਾਨੀਆਂ ਕਰਦੇ ਨੇ, ਉਹਨਾਂ ਦੇ। ਸੋ ਇਹ ਬੜੀ ਵਜ਼ਨਦਾਰ ਗੱਲ ਹੋਏਗੀ ਕਿ ਜੇ ਅਸੀਂ ਇਸ ਗੱਲ ਨੂੰ ਸਮਝ ਕੇ ਤੁਰੀਏ ਕਿ ਇਹ ਜੋ ਮਿਲੀਅਨ ਸਵਾ ਮਿਲੀਅਨ ਪ੍ਰਾਣੀ ਸਰੀਰ ਇੱਥੇ ਬੈਠਾ ਹੈ ਨਾ, ਰਿਗਾਰਡਲੈਸ ਉਹ ਕਿਹੜੇ ਧਰਮ ਜਾਂ ਕਿਹੜੀ ਬੋਲੀ ਕਿਹੜੇ ਸਟੇਟ ਦੇ ਨਾਲ ਜੁੜਿਆ ਹੈ। ਵੈਸੇ ਤਾਂ ਬਹੁਤਾਤ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕੌਣ ਬੈਠਿਆ, ਇਹਦੇ ਵਿੱਚ ਕਹਿਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ਅਤੀਤ ਨਾਲ ਜੁੜ ਕੇ ਆਪਣੇ ਭਵਿੱਖ ਨੂੰ ਸਿਰਜੀਏ। ਬਹੁਤ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ, ਪਰ ਸੋਸ਼ਲ ਮੀਡੀਆ ਦੀ ਇਹ ਕਮਜ਼ੋਰੀ ਵੀ ਹੈ ਕਿ ਸਾਨੂੰ ਕਈ ਵਾਰ ਬਹੁਤ ਜਿਹੜੀਆਂ ਅੰਦਰਲੀਆਂ ਕਮਜ਼ੋਰੀਆਂ ਨੇ ਉਹ ਵੀ ਸਾਡੇ ਸਾਹਮਣੇ ਸੋਸ਼ਲ ਮੀਡੀਆ ਦੇ ਕਾਰਨ ਆ ਜਾਂਦੀਆਂ ਨੇ। ਸੋ ਇਸ ਕਰਕੇ ਜਦੋਂ ਵੀ ਤੁਹਾਡੇ ਕੋਲ ਕੋਈ ਜਾਣਕਾਰੀ ਆਉਂਦੀ ਹੈ ਨਾ, ਉਹਨੂੰ ਆਪਣੇ ਦਿਮਾਗ ਦੇ ਵਿੱਚ ਇੱਕ ਫਿਲਟਰ ਲਾ ਕੇ ਖੁਦ ਹੀ ਫਿਲਟਰ ਕਰ ਲਵੋ। ਇਸ ਤੋਂ ਪਹਿਲਾਂ ਕਿ ਤੁਹਾਨੂੰ ਦੱਸਿਆ ਜਾਏ ਕਿ ਇਹ ਕੋਈ ਪ੍ਰਾਪੋਗੰਡਾ ਹੈ। ਪ੍ਰਾਪੋਗੰਡਾ ਮਸ਼ੀਨਰੀ ਤਾਂ ਤੁਹਾਡੇ ਖਿਲਾਫ 1947 ਤੋਂ ਚੱਲਦੀ ਆ ਰਹੀ ਹੈ। ਵਿਦੇਸ਼ਾਂ ਦੇ ਵਿੱਚ ਸਾਨੂੰ ਤੁਸੀਂ ਤਾਂ ਨਹੀਂ ਨਾ ਕਿਹਾ, ਸਾਡੀ ਗੱਲ ਵੀ ਨਹੀਂ ਤੁਸੀਂ ਕਦੇ ਪੁੱਛੀ ਹੋਣੀ, ਸੁਣੀ ਹੋਣੀ, ਜਾਂ ਕੋਈ ਸਲਾਹ ਦੀ ਜ਼ਰੂਰਤ ਵੀ ਨਹੀਂ ਤੁਸੀਂ ਬਾਹਰਲੇ ਮੁਲਕਾਂ ਦੀ ਸਮਝੀ। ਪਰ ਇਸ ਦੇ ਬਾਵਜੂਦ ਵੀ, ਕਿਉਂਕਿ ਅਸੀਂ ਵੀ ਪੰਜਾਬ ਦੇ ਨਾਲ ਕਨੈਕਟਡ ਆ, ਅਸੀਂ ਵੀ ਆਪਣੇ ਆਪ ਨੂੰ ਪੰਜਾਬ ਦੇ ਵਾਰਿਸ ਕਹਿੰਦੇ ਹਾਂ, ਭਾਵੇਂ ਕਿ 35-40 ਸਾਲ ਤੋਂ ਇਹਨਾਂ ਨੇ ਸਾਨੂੰ ਉਸ ਮੁਲਕ ਦੇ ਵਿੱਚ ਆਉਣ ਨਹੀਂ ਦਿੱਤਾ। ਪਰ ਇਸ ਦੇ ਬਾਵਜੂਦ ਇਹ ਜਿਹੜੀਆਂ ਰੈਲੀਆਂ ਦਾ ਦੌਰ ਹੈ ਵਿਦੇਸ਼ਾਂ ਦੇ ਵਿੱਚ, ਮੈਂ ਟੋਰਾਂਟੋ ਤੋਂ ਆ, ਖਾਸ ਕਰਕੇ ਜਿਹੜੀ ਟੋਰਾਂਟੋ ਦੀ ਸਿੱਖ ਲੀਡਰਸ਼ਿਪ ਨੇ ਜਿਹੜਾ ਰੈਲੀਆਂ ਦਾ ਦੌਰ ਇੱਥੇ ਜਿਸ ਗਰਮੈਸ਼ ਦੇ ਨਾਲ ਪੈਦਾ ਕੀਤਾ, ਇੱਥੋਂ ਦੇ ਹਾਈ ਕਮਿਸ਼ਨਰ ਕੰਬ ਉੱਠਿਆ। ਉਹ ਕਹਿੰਦਾ ਯਾਰ ਇਹ ਜਿਹੜੇ ਲੋਕ ਨੇ ਨਾ, ਇਹ ਕਿਸਾਨੀ ਅੰਦੋਲਨ ਨੂੰ ਲੈ ਕੇ ਕੋਈ ਹੋਰ ਆਪਣਾ ਉਹੀ ਨੈਰੇਟਿਵ ਜੋ ਦਿੱਲੀ ਤੋਂ ਆ ਰਿਹਾ ਹੈ ਕਿ ਇਹਨਾਂ ਦਾ ਕੋਈ ਹੋਰ ਪੋਲੀਟੀਕਲ ਮਕਸਦ ਹੈ। ਸਾਡਾ ਮਕਸਦ ਤਾਂ ਸਿੱਖਾਂ ਦੇ ਰਾਈਟਸ ਨੇ, ਪੰਜਾਬ ਦੇ ਅਧਿਕਾਰ ਨੇ, ਉਹ ਕਿਸੇ ਰੂਪ ਦੇ ਵਿੱਚ ਵੀ ਹੋਣ। ਚਾਹੇ ਅਸੀਂ ਪੰਜਾਬ ਦੀ ਗੁਲਾਮੀ ਦੀ ਗੱਲ ਕਰ ਰਹੇ ਹੋਈਏ, ਚਾਹੇ ਫਿਰ ਹੁਣ ਕਿਸਾਨੀ ਦੇ ਇਹ ਕਾਨੂੰਨਾਂ ਦੀ ਗੱਲ ਕਰ ਰਹੇ ਹੋਈਏ, ਸਾਡਾ ਤਾਂ ਇਹੀ ਮਕਸਦ ਆ। ਸੋ ਇਸ ਕਰਕੇ ਠੀਕ ਹੈ, ਤੁਸੀਂ ਬਾਹਰਲੇ ਲੋਕਾਂ ਦੀ ਕੋਈ ਸਲਾਹ ਲੈਣ ਨੂੰ ਤਿਆਰ ਨਹੀਂ ਹੋ, ਨਹੀਂ ਵੀ ਲੈਂਦੇ। ਮੈਨੂੰ ਨਹੀਂ ਪਤਾ, ਕੁਝ ਲੋਕਾਂ ਨੇ ਆਪੋ ਆਪਣੇ ਕਨੈਕਸ਼ਨ ਸ਼ਾਇਦ ਬਣਾਏ ਵੀ ਹੋਣ, ਸਿਲੈਕਟਿਵ ਜੀ ਗੱਲਬਾਤ ਕਰਦੇ ਵੀ ਹੋ। ਪਰ ਟੋਟੈਲਿਟੀ ਦੇ ਵਿੱਚ ਅਗਰ ਕਿਤੇ ਐਸਾ ਸੈਟਅਪ ਹੋ ਜਾਵੇ ਕਿ ਇੱਥੇ ਇੱਕ ਕਮੇਟੀ ਵਿਦੇਸ਼ਾਂ ਦੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਜਾਂ ਜਿਹੜਾ ਵੀ ਤੁਹਾਡੇ ਨਾਲ ਸਹਿਯੋਗ ਦੇਣਾ ਚਾਹੁੰਦਾ, ਉਹਨਾਂ ਦੇ ਨਾਲ ਕਨੈਕਟ ਕਰਨ ਦੇ ਲਈ ਬਣਾਈ ਜਾ ਸਕੇ, ਜਿਨ੍ਹਾਂ ਦੇ ਜ਼ਰੀਏ ਅਸੀਂ ਤੁਹਾਨੂੰ ਮੈਸੇਜ ਦੇ ਸਕੀਏ। ਸਲਾਹ ਹੀ ਦੇਣੀ ਹੁੰਦੀ ਹੈ, ਕੋਈ ਮੰਨਣੀ, ਸਲਾਹ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ, ਕਿਉਂਕਿ ਹੁਕਮ ਤਾਂ ਅਸੀਂ ਕਰਨ ਵਾਲੇ ਨਹੀਂ ਆ, ਨਾ ਅਸੀਂ ਇਸ ਰਸਤੇ ਵੱਲ ਜਾਣ ਵਾਲੇ। ਪਰ ਸਲਾਹ ਸਾਡੀ ਜਿਹੜੀ ਹੈ, ਕਿਉਂਕਿ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਅਸੀਂ ਇੱਕ ਉਸ ਤਰ੍ਹਾਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਉੱਚੇ ਬੁਰਜ 'ਚ ਬੈਠ ਕੇ ਆਪਣੇ ਸਾਰੇ ਰਾਜ ਦਾ ਅੰਦਾਜ਼ਾ ਲਗਾਇਆ ਕਰਦਾ ਸੀ, ਅਸੀਂ ਇੱਕ ਉਸ ਥਾਂ ਦੇ ਉੱਤੇ ਬੈਠੇ ਹਾਂ ਜਿੱਥੇ ਵੀ ਕੈਨ ਸੀ ਐਵਰੀਥਿੰਗ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅਤੇ ਅਸੀਂ ਅਬਜ਼ਰਵ ਕਰ ਰਹੇ ਹਾਂ। ਅਸੀਂ ਵਿਦੇਸ਼ਾਂ ਦੇ ਵਿੱਚ ਜਿਸ ਲੈਵਲ ਦੀ ਰਾਜਨੀਤੀ ਲੋਕ ਖੇਡਦੇ ਹਨ, ਅਸੀਂ ਉਹਨੂੰ ਵੇਖ ਰਹੇ ਹਾਂ। ਤੁਸੀਂ ਵੇਖ ਰਹੇ ਕਿ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਹੋਰ ਸਿਆਸਤਦਾਨਾਂ ਨੇ ਇਸ ਸੰਘਰਸ਼ ਦਾ ਕਿਸੇ ਨਾ ਕਿਸੇ ਢੰਗ ਦੇ ਵਿੱਚ, ਬੜੇ ਸਿਆਸੀ ਢੰਗ ਦੇ ਵਿੱਚ ਸਮਰਥਨ ਦਿੱਤਾ। ਇਹ ਐਵੇਂ ਨਹੀਂ ਹੋ ਗਿਆ, ਇਹ ਐਵੇਂ ਨਹੀਂ ਹੋ ਗਿਆ। ਜਿਹੜੀਆਂ ਤੁਹਾਡੀਆਂ ਜਥੇਬੰਦੀਆਂ ਇਹਨਾਂ ਮੁਲਕਾਂ ਦੇ ਵਿੱਚ ਬਣੀਆਂ ਹੋਈਆਂ ਨਾ, ਇਹ ਉਹਨਾਂ ਦੇ ਵੱਲੋਂ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਸੀ। ਉਹ ਚਿੱਠੀਆਂ ਦੇ ਸਿਲਸਿਲੇ ਦੇ ਰਿਜ਼ਲਟ ਦੇ ਵਿੱਚ ਹੋਇਆ। ਇਹ ਐਵੇਂ ਨਹੀਂ ਹੋਇਆ ਕਿ ਅਮਰੀਕਾ ਦੇ, ਇੰਗਲੈਂਡ ਦੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ ਉਹ ਚਿੱਠੀਆਂ ਲਿਖ ਰਹੇ ਨੇ। ਇਹ ਐਵੇਂ ਨਹੀਂ ਹੋਇਆ ਕਿ ਯੂਨਾਈਟਿਡ ਨੇਸ਼ਨ ਦੀ ਜਨਰਲ ਸੈਕਟਰੀ ਨੇ
ਪੀਸਫੁਲ ਪ੍ਰੋਟੈਸਟ ਦੇ ਹੱਕ ਦੇ ਵਿੱਚ ਆਹ ਦਾ ਨਾਰਾ ਮਾਰਿਆ, ਲੋਕਾਂ ਨੇ ਚਿੱਠੀਆਂ ਲਿਖੀਆਂ, ਲੋਕਾਂ ਨੇ ਉਹਨਾਂ ਨੂੰ ਈਮੇਲਸ ਕੀਤੀਆਂ। ਦਿਸ ਇਜ਼ ਹਾਊ ਦ ਸਿਸਟਮ ਵਰਕਸ। ਇਸ ਨੂੰ ਸਮਝਣ ਦੀ ਲੋੜ ਹੈ, ਸਮੇਂ ਦਾ ਹਾਣੀ ਹੋਣ ਦੀ ਲੋੜ ਹੈ। ਸੋ ਇਸ ਕਰਕੇ ਹਰ ਇੱਕ ਦੀ ਕੰਟਰੀਬਿਊਸ਼ਨ ਹੈ, ਕੋਈ ਜ਼ਰੂਰੀ ਵੀ ਨਹੀਂ ਕਿ ਉਸ ਨੂੰ ਰੈਕਗਨਾਈਜ਼ ਕੀਤਾ ਜਾਏ, ਪਰ ਗੱਲ ਸਮਝਣ ਦੀ ਲੋੜ ਹੈ ਕਿ ਜਿਹੜੀ ਕੰਟਰੀਬਿਊਸ਼ਨ ਹੈ ਉਹਦੇ ਵਿੱਚੋਂ ਜਿਹੜੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਗ੍ਰਹਿਣ ਕੀਤਾ ਜਾਏ। ਇਹ ਬੜੀ ਗੱਲ ਹੈ, ਜ਼ਰੂਰੀ ਆ। ਪਿਛਲੇ ਦਿਨੀ ਜੋ ਇਨਸੀਡੈਂਟ ਹੋਇਆ ਬਲਵੀਰ ਸਿੰਘ ਰਾਜੇਵਾਲ ਦਾ, ਨੋ ਡਾਊਟ ਉਹ ਬੇਲੋੜਾ ਸੀ, ਉਸ ਦੀ ਲੋੜ ਨਹੀਂ ਸੀ, ਕਿਉਂਕਿ ਜਿਹੜੇ ਪ੍ਰਬੰਧਕ ਹੁੰਦੇ ਨਾ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਜ਼ਿੰਮੇਵਾਰ ਨੇ, ਉਹ ਸਟੀਅਰਿੰਗ ਦੇ ਉੱਤੇ ਬੈਠੇ ਨੇ, ਉਹਨਾਂ ਨੇ ਮੰਜ਼ਿਲ ਉੱਤੇ ਪਹੁੰਚਾਉਣਾ ਹੈ। ਸੋ ਉਹਨਾਂ ਨੂੰ ਇਸ ਨਾਜ਼ੁਕ ਸਮੇਂ ਦੇ ਉੱਤੇ ਆਪਣੇ ਜਿਹੜੇ ਸ਼ਬਦ ਨੇ, ਆਪਣੇ ਜਿਹੜੇ ਵਿਚਾਰ ਨੇ ਉਹ ਬੜੇ ਨਾਪ ਤੋਲ ਕੇ ਸਾਂਝੇ ਕਰਨੇ ਚਾਹੀਦੇ ਹਨ। ਕੁਝ ਗੱਲਾਂ ਨੇ ਜਿਹੜੀਆਂ ਸਟੇਜ 'ਤੇ ਨਹੀਂ ਕੀਤੀਆਂ ਜਾ ਸਕਦੀਆਂ, ਅੰਦਰਗਤ ਹੀ ਕੀਤੀਆਂ ਜਾ ਸਕਦੀਆਂ, ਕਿਉਂਕਿ ਪਾਲਿਸੀਜ਼ ਨੇ, ਉਹਨਾਂ ਪਾਲਿਸੀ ਸਟ੍ਰੈਟਜੀਜ਼ ਦੇ ਅਧੀਨ ਹੀ ਕਿਤੇ ਇਸ ਸੰਘਰਸ਼ ਨੂੰ ਅੱਗੇ ਤੋਰਿਆ ਜਾ ਸਕਦਾ ਹੈ। ਬਾਹਰੋਂ ਤਾਂ ਜਿਹੜਾ ਦੁਸ਼ਮਣ ਨੂੰ ਲਲਕਾਰਾ ਹੀ ਜਾਏ ਨਾ, ਲਲਕਾਰਾ ਹੀ ਜਾਏ, ਜਿਸ ਤਰ੍ਹਾਂ ਲੱਖਾ ਸਦਾਣਾ ਜੀ ਮਾਰ ਰਹੇ ਨੇ ਜਾਂ ਕੰਵਰ ਗਰੇਵਾਲ ਹੋਰੀ ਮਾਰ ਰਹੇ ਨੇ ਜਾਂ ਕੁਛ ਹੋਰ ਬੁਲਾਰੇ ਵੀ ਮਾਰ, ਇਹ ਲਲਕਾਰਾ ਬਾਹਰ, ਉਹਦੇ ਵਿੱਚ ਕੋਈ ਕਮੀ ਨਾ ਆਏ। ਪਰ ਜਿਹੜੀ ਸਟ੍ਰੈਟਜੀ ਆ ਉਹ ਬਿਹਾਈਂਡ ਦ ਡੋਰ ਹਮੇਸ਼ਾ ਬਣਾਈ ਜਾਂਦੀ ਹੈ ਅਤੇ ਉਹਨੂੰ ਐਕਸੀਕਿਊਟ ਕੀਤਾ ਜਾਂਦਾ ਹੈ। ਸੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਜ਼ਰੂਰ ਇਹ ਕੋਸ਼ਿਸ਼ ਕਰੋਗੇ ਕਿ ਬਾਹਰ, ਚਾਹੇ ਉਹ ਇੰਗਲੈਂਡ ਦੇ ਵਿੱਚ ਹੋਣ, ਕੈਨੇਡਾ ਦੇ, ਖਾਸ ਕਰਕੇ ਕੈਨੇਡਾ ਦੇ ਵਿੱਚ ਵੈਨਕੂਵਰ ਅਤੇ ਟੋਰਾਂਟੋ ਦੇ ਇਲਾਕੇ ਦੇ ਵਿੱਚ ਲੋਕ ਬਹੁਤ ਸਰਗਰਮ ਨੇ ਤੁਹਾਡੇ ਹੱਕ ਦੇ ਵਿੱਚ, ਅਤੇ ਬਹੁਤ ਵਧੀਆ ਵਧੀਆ ਤੁਹਾਨੂੰ ਸਲਾਹਾਂ ਵੀ ਦੇ ਸਕਦੇ ਹਨ। ਸੋ ਇਸ ਕਰਕੇ ਇਹਦੇ ਵੱਲ ਤੁਹਾਨੂੰ ਸਾਰਿਆਂ ਨੂੰ ਨਜ਼ਰ ਕਰਨ ਦੀ ਲੋੜ ਹੈ। ਸਾਨੂੰ ਇਹ ਯਕੀਨ ਹੈ, ਕਿਉਂਕਿ ਦ੍ਰਿੜ ਵਿਸ਼ਵਾਸ ਹੈ, ਅਰਦਾਸ ਕਰਕੇ ਤੁਸੀਂ ਤੁਰੇ ਹੋ, ਗੁਰੂ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ, ਤੁਹਾਡੇ ਝੋਲੀ ਦੇ ਵਿੱਚ ਫਤਿਹ ਪਾਏਗਾ ਹੀ ਪਾਏਗਾ, ਕਿਉਂ ਨਹੀਂ ਪਾਏਗਾ। ਹੁਣ ਤਾਂ ਹਫਤਾ ਹੀ ਐਸਾ ਹੈ ਕਿ ਗੁਰੂ ਪਾਤਸ਼ਾਹ ਨੇ ਮਨੁੱਖਤਾ ਦੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਅਸੀਂ ਉਸ ਵਿਰਸੇ ਦੇ ਮਾਲਕ ਹਾਂ ਯਾਰ, ਅਸੀਂ ਉਸ ਪਰਿਵਾਰ ਦੇ ਵਿੱਚੋਂ ਹਾਂ, ਅਸੀਂ ਫਤਿਹ ਪਾ ਕੇ ਹੀ ਜਾਵਾਂਗੇ। ਜੇ ਫਤਿਹਗੜ੍ਹ ਸਾਹਿਬ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਫਤਿਹ ਦਾ ਡੰਕਾ ਵਜਾ ਸਕਦਾ ਹੈ, ਬਘੇਲ ਸਿੰਘ ਦਿੱਲੀ ਦੇ ਉੱਤੇ ਫਤਿਹ ਦਾ ਡੰਕਾ ਵਜਾ ਸਕਦਾ ਹੈ, 1765 ਤੋਂ ਲੈ ਕੇ 1787 ਤੱਕ 17 ਵਾਰ ਇਸ ਦਿੱਲੀ ਦੇ ਉੱਤੇ ਹਮਲਾ ਕਰਕੇ ਦਿੱਲੀ ਜਿੱਤੀ ਹੈ। ਹੁਣ ਤਾਂ ਕੋਈ ਵੱਡੀ ਗੱਲ ਨਹੀਂ ਹੈ, ਪਰ ਮਜ਼ਬੂਤੀ, ਦ੍ਰਿੜਤਾ, ਏਕਤਾ ਅਤੇ ਦੂਰ ਅੰਦੇਸ਼ੀ ਸਟ੍ਰੈਟਜੀ ਬਣਾ ਕੇ ਚੱਲਣਾ, ਸਪੰਟੇਨੀਅਸਲੀ ਇੱਕਦਮ ਕੋਈ ਫੈਸਲਾ ਨਹੀਂ ਕਰਨਾ, ਇਹ ਕੁਝ ਕੁ ਗੱਲਾਂ ਨੇ ਜਿਹੜੀਆਂ ਅਮਲ ਦੇ ਵਿੱਚ ਲਿਆਉਣ ਦੀ ਲੋੜ ਹੈ। ਦਾਸ ਸੁਖਮਿੰਦਰ ਸਿੰਘ ਹੰਸਰਾਜ, ਟੋਰਾਂਟੋ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।